हाँ जी किसान वीरों साਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਆਪਾਂ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ, ਗੱਲਬਾਤ ਕਰਾਂਗੇ ਕਿ ਨਦੀਨ ਨਾਸ਼ਕਾਂ ਦੀ ਜਿਹੜੀ ਆਪਾਂ ਕਣਕ ਦੀ ਫਸਲ ਦੇ ਵਿੱਚ ਖਾਸ ਤੌਰ 'ਤੇ ਗੁੱਲੀ ਡੰਡਾ ਜਾਂ ਚੌੜੇ ਪੱਤੇ ਵਾਲੀ ਨਦੀਨ ਜਿਹਦੇ ਵਿੱਚ ਕੰਡਿਆਲੀ ਪਾਲਕ ਆ, ਬਾਥੂ ਆ, ਉਹਦੇ ਵਾਸਤੇ ਜਿਹੜੇ ਨਦੀਨ ਨਾਸ਼ਕ ਆਪਾਂ ਵਰਤਦੇ ਹਾਂ ਉਹਦੀ ਆਪਾਂ ਮੁੱਖ ਤੌਰ 'ਤੇ ਜਿਹੜੀਆਂ ਸਾਵਧਾਨੀਆਂ ਵਰਤਣੀਆਂ ਹੁੰਦੀਆਂ, ਕਈ ਵਾਰ ਆਪਣੇ ਤੋਂ ਉਹ ਗੱਲ ਰਹਿ ਜਾਂਦੀ ਹੈ ਅਤੇ ਕਈ ਵਾਰ ਫਸਲ ਦੇ ਵਿੱਚ ਟੌਕਸੀਸਿਟੀ ਆ ਜਾਂਦੀ ਹੈ ਜਾਂ ਨਦੀਨ ਨਹੀਂ ਮਰਦੇ ਜਿਹੜੇ ਕਿ ਐਂਡ ਤੱਕ ਫਸਲ ਦੇ ਬਰਾਬਰ ਹੀ ਖੁਰਾਕ ਜ਼ਮੀਨ ਦੇ ਵਿੱਚੋਂ ਪਾਣੀ ਦੇ ਤੱਤ ਲੈਂਦੇ ਰਹਿੰਦੇ ਆ, ਫਸਲ ਨਾਲ ਕੰਪੀਟੀਸ਼ਨ ਕਰਦੇ ਆ ਅਤੇ ਫਸਲ ਦਾ ਝਾੜ ਘੱਟ ਜਾਂਦਾ। ਕਈ ਵਾਰ ਟੌਕਸੀਸਿਟੀ ਆ ਜਾਂਦੀ ਹੈ ਤਾਂ ਉਹਦੇ ਵਿੱਚ ਆਪਾਂ ਕੀ ਸਾਵਧਾਨੀਆਂ ਵਰਤ ਸਕਦੇ ਹਾਂ ਤਾਂ ਕਿ ਆਪਾਂ ਨਦੀਨ ਵੀ ਕਾਬੂ ਕਰ ਲਈਏ ਅਤੇ ਨਾਲ ਫਸਲ ਦਾ ਨੁਕਸਾਨ ਨਾ ਹੋਵੇ, ਜਿਹੜਾ ਕਿ ਮੁੱਖ ਤੌਰ 'ਤੇ ਧਿਆਨ ਦੇਣ ਯੋਗ ਗੱਲ ਹੈ। ਉਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਾਂਗੇ। ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਨਵੀਂ ਵੀਡੀਓ, ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਕਿਸਾਨ ਵੀਰੋ, ਇਸ ਦੇ ਵਿੱਚ ਮੈਂ ਇੱਕ ਕਰਕੇ ਜਿਹੜੇ ਆਪਾਂ ਨੁਕਤੇ ਟਰਾਈ ਕਰਨੇ ਹੁੰਦੇ ਆ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਪਹਿਲੇ ਨੰਬਰ 'ਤੇ ਕਿਸਾਨ ਵੀਰੋ ਸਭ ਤੋਂ ਪਹਿਲਾਂ ਹੁੰਦਾ ਕਿ ਆਪਾਂ ਗੁੱਲੀ ਡੰਡੇ ਦੀ ਸਪਰੇਅ ਸਿਲੈਕਟ ਕਰਨੀ ਆ ਕਿ ਜਿਹੜੀ ਆਪਾਂ ਪਿਛਲੇ ਸਾਲ ਗਰੁੱਪ ਸਪਰੇਅ ਕੀਤਾ ਉਹਦੇ ਨਾਲੋਂ ਵੱਖਰੀ ਸਪਰੇਅ ਕਰਨੀ ਆ। ਆਪਾਂ ਉਹੀ ਟੈਕਨੀਕਲ ਨਹੀਂ ਵਰਤਣਾ। ਪਹਿਲਾ ਨੁਕਤਾ ਤਾਂ ਇਹ ਹੁੰਦਾ, ਗਰੁੱਪ ਬਦਲ ਕੇ ਕਰੋ ਨਹੀਂ ਤਾਂ ਰਜਿਸਟੈਂਸ ਆ ਜਾਂਦੀ। ਵੈਸੇ ਵੀ ਹੁਣ ਕਲੋਡੀਨਾ ਫੋਪ ਸਲਫੋਸਲਫੀਰੋਨ ਦੇ ਪ੍ਰਤੀ ਟੌਪਿਕ ਲੀਡਰ ਹੈ, ਇਹਨਾਂ ਦੇ ਪ੍ਰਤੀ ਜਿਹੜੀ ਸਹਿਣ ਸ਼ਕਤੀ ਕਾਫੀ ਖੇਤਾਂ ਦੇ ਵਿੱਚ ਗੁੱਲੀ ਡੰਡੇ ਦੇ ਵਿੱਚ ਆਈ ਵੀ ਹੈ। ਸੋ ਗਰੁੱਪ ਬਦਲ ਕੇ ਕਰਨਾ ਬਹੁਤ ਜ਼ਰੂਰੀ ਹੈ। ਆਪ ਦੇ ਤੌਰ 'ਤੇ ਮਿਕਸਿੰਗ ਨਹੀਂ ਕਰਨੀ, ਉਹਦੇ ਨਾਲ ਵੀ ਫਸਲ ਦੇ ਵਿੱਚ ਟੌਕਸੀਸਿਟੀ ਆ ਜਾਂਦੀ ਹੈ। ਓਵਰਡੋਜ਼ ਨਹੀਂ ਵਰਤਣੀ। ਕਈ ਕਿਸਾਨ ਵੀਰ ਆ ਜਿਹੜੀ 2,4-D ਹੈ ਜਿਹੜੀ ਉਹ 250 ml ਤੱਕ ਆਪਾਂ ਸਪਰੇਅ ਕਰਨੀ ਹੁੰਦੀ ਹੈ। ਬਹੁਤ ਸਾਰੇ ਕਿਸਾਨ ਵੀਰ 400 ml ਤੱਕ 450 ml ਤੱਕ ਸਪਰੇਅ ਕਰਦੇ ਆ। ਉਹਦੇ ਨਾਲ ਫਸਲ ਦੇ ਵਿੱਚ ਟੌਕਸੀਸਿਟੀ ਆਉਂਦੀ ਹੈ ਜਿਹੜੀ ਕਿ ਐਂਡ 'ਤੇ ਜਾ ਕੇ ਝਾੜ ਘਟਣ ਦਾ ਕਾਰਨ। ਕਈ ਵਾਰ ਆਪਾਂ ਦੇਖਦੇ ਹਾਂ ਕਿ ਫਸਲ ਦੇ ਵਿੱਚ ਉਹ ਛਿੱਟੇ ਆ ਜਿਹੜੇ ਰੁੰਡ ਮਰੁੰਡ ਜਿਹੇ ਹੋ ਕੇ ਨਿਕਲਦੇ ਆ, ਤਾਂ ਉਹ ਵੀ ਜਿਹੜਾ ਕਾਰਨ 2,4-D ਦੀ ਟੌਕਸੀਸਿਟੀ ਵੀ ਫਸਲ ਦੇ ਵਿੱਚ ਕਾਫੀ ਜ਼ਿਆਦਾ ਆਉਂਦੀ ਹੈ। ਫਿਰ ਆਪਾਂ ਸਿਲੈਕਟ ਕਰਨੀ ਨੋਜ਼ਲ ਆਮ ਤੌਰ 'ਤੇ ਆਪਾਂ ਜਿਹੜੀ ਕੋਨ ਟਾਈਪ ਨੋਜ਼ਲ ਜਿਹੜੀ ਕਿ ਕੀਟਨਾਸ਼ਕ ਉੱਲੀਨਾਸ਼ਕ ਦੀ ਸਪਰੇਅ ਵਾਸਤੇ ਵਰਤਦੇ ਹਾਂ, ਆਮ ਪੰਪਾਂ 'ਤੇ ਜਿਹੜੀ ਲੱਗੀ ਉਹੀ ਵਰਤਦੇ ਹਾਂ। ਸਪਰੇਅ ਕਰਨ ਵਾਸਤੇ ਨਦੀਨ ਨਾਸ਼ਕ ਵਾਸਤੇ ਕੱਟ ਵਾਲੀ ਜਾਂ ਟੱਕ ਵਾਲੀ ਨੋਜ਼ਲ, ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ਹੀ ਕਿਸਾਨ ਵੀਰੋ ਵਰਤਣੀ ਚਾਹੀਦੀ ਹੈ, ਜਿਹਦੇ ਨਾਲ ਇਕਸਾਰ ਏਰੀਆ ਕਵਰ ਹੁੰਦਾ। ਇੱਕ ਵਾਰੀ 'ਚ ਆਪਾਂ ਸਿੱਧੀ ਨੋਜ਼ਲ ਲੈ ਕੇ ਜਾਣੀ। ਕਈ ਵਾਰ ਆਪਾਂ ਇੱਧਰ ਉੱਧਰ ਹਿਲਾਉਂਦੇ ਰਹਿੰਦੇ। ਐਂਡ 'ਤੇ ਜਾ ਕੇ ਮੈਂ ਤੁਹਾਡੇ ਨਾਲ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਕਿ ਆਪਾਂ ਸਪਰੇਅ ਕਰਨ ਸਮੇਂ ਇੱਧਰ ਉੱਧਰ ਨੋਜ਼ਲ ਨਹੀਂ ਹਿਲਾਉਣੀ, ਸਿੱਧੀ ਲੈ ਕੇ ਜਾਣੀ ਹੈ। ਜੇ ਤੁਸੀਂ ਫਲੈਟ ਫੈਨ ਫਲੱਡ ਜੈਟ ਨੋਜ਼ਲ ਜਿਹੜੀ ਹੈਗੀ ਵਰਤਦੇ ਆ ਤਾਂ ਇਹਦੇ ਨਾਲ ਇੱਕ ਵਾਰੀ 'ਚ ਆਪਾਂ 5-7 ਲਾਈਨਾਂ 8 ਲਾਈਨਾਂ ਤੱਕ ਕਵਰ ਕਰ ਲੈਂਦੇ ਹਾਂ। ਕਿਉਂਕਿ ਜੇ ਆਪਾਂ ਇੱਕ ਵਾਰੀ ਸਪਰੇਅ ਕਰਕੇ ਉਹਦਾ ਰਿਜ਼ਲਟ ਲੈਣਾ ਚਾਹੁੰਦੇ ਹਾਂ ਤਾਂ ਤਰੀਕਾ ਆਪਾਂ ਨੂੰ ਕਿਸਾਨ ਵੀਰੋ ਸਹੀ ਵਰਤਣਾ ਪਊਗਾ। 1.5 ਤੋਂ 2 ਫੁੱਟ ਤੱਕ ਆਪਾਂ ਜਿਹੜੀ ਉੱਚੀ ਜ਼ਮੀਨ ਤੋਂ ਉਚਾਈ ਉਹਦੀ ਰੱਖਣੀ ਹੈ। ਫਿਰ ਆਪਾਂ ਜਿਹੜੀ ਕਈ ਵਾਰ ਕਣਕ 'ਤੇ ਸਪਰੇਅ ਲੇਟ ਕਰ ਦਿੰਦੇ ਹਾਂ, ਕਣਕ ਵੱਡੀ ਹੋ ਜਾਂਦੀ ਹੈ ਕਿਉਂਕਿ ਆਮ ਹੀ ਆਪਾਂ 40 ਦਿਨ ਤੋਂ ਉੱਪਰ ਲੈ ਜਾਂਦੇ ਹਾਂ। ਕਣਕ ਆ ਜਿਹੜੀ ਜ਼ਿਆਦਾ ਏਰੀਆ ਕਵਰ ਖੇਤ ਦੇ ਵਿੱਚ ਕਰ ਲੈਂਦੀ ਹੈ। ਗੁੱਲੀ ਡੰਡਾ ਨਦੀਨ ਨਾਸ਼ਕ ਕਈ ਵਾਰ ਛੋਟਾ ਹੁੰਦਾ ਅਤੇ ਉਹਦੇ ਉੱਪਰ ਪ੍ਰੋਪਰ ਸਪਰੇਅ ਨਹੀਂ ਹੁੰਦੀ। ਇਸ ਕਰਕੇ 30 ਤੋਂ 35 ਦਿਨ 'ਤੇ ਆਪਾਂ ਸਹੀ ਸਟੇਜ ਹੈ ਸਪਰੇਅ ਕਰਨ ਦੀ। 30 ਤੋਂ 35 ਦਿਨ 'ਤੇ ਸਪਰੇਅ ਕਰਨੀ ਹੁੰਦੀ ਆ ਤਾਂ ਕਿ ਨਦੀਨਾਂ ਦੇ ਉੱਪਰ ਪ੍ਰੋਪਰ ਜਿਹੜੀ ਸਪਰੇਅ ਦਾ ਏਰੀਆ ਜਿਹੜਾ ਹੈਗਾ ਸਾਰਾ ਕਵਰ ਹੋਵੇ। ਪੱਤਿਆਂ ਦੇ ਉੱਤੇ ਸਪਰੇਅ ਪਊਗੀ ਤਾਂ ਫਿਰ ਹੀ ਜਿਹੜਾ ਕੰਟਰੋਲ ਚੰਗੀ ਤਰ੍ਹਾਂ ਹੋ ਸਕਦਾ। ਫਿਰ ਹੈ ਕਿਸਾਨ ਵੀਰੋ, ਕਈ ਵਾਰ ਆਪਾਂ ਜਿਹੜਾ ਹੈਗਾ ਜ਼ਮੀਨ ਦੇ ਵਿੱਚ ਖੁਸ਼ਕੀ ਹੁੰਦੀ ਹੈ ਤਾਂ ਆਪਾਂ ਸਪਰੇਅ ਕਰ ਦਿੰਦੇ, ਉਹਦਾ ਫਾਇਦਾ ਨਹੀਂ ਬਹੁਤਾ ਹੁੰਦਾ। ਫਿਰ ਆਪਾਂ ਪਾਣੀ ਜਲਦਬਾਜ਼ੀ ਚਲਾ ਦਿੰਦੇ, ਫਿਰ ਟੌਕਸੀਸਿਟੀ ਆ ਜਾਂਦੀ ਹੈ ਫਸਲ ਦੇ ਵਿੱਚ। ਸੋ ਜ਼ਮੀਨ ਦੇ ਵਿੱਚ ਵੱਤਰ ਹੋਣਾ ਬੜਾ ਜ਼ਰੂਰੀ ਹੈ। ਜ਼ਮੀਨ ਦੇ ਵਿੱਚ ਗਿੱਲ ਹੋਵੇ, ਜਦੋਂ ਆਪਾਂ ਜ਼ਮੀਨ ਦੇ ਵਿੱਚ ਤੁਰਦੇ ਹਾਂ ਪੈਰਾਂ ਨੂੰ ਮਿੱਟੀ ਨਾ ਲੱਗਦੀ ਹੋਵੇ, ਇੰਨੀ ਕੁ ਗਿੱਲ ਹੋਵੇ ਤਾਂ ਫਿਰ ਉਹ ਸਟੇਜ ਦੇ ਉੱਤੇ ਜਿਹੜੀ ਸਪਰੇਅ ਆਪਣਾ ਵਧੀਆ ਕੰਮ ਕਰਦੀ ਹੈ। ਫਿਰ ਹੈ ਇਸ ਤੋਂ ਇਲਾਵਾ ਕਿਸਾਨ ਵੀਰੋ ਕਿ ਆਪਾਂ ਧੁੰਦ ਵਾਲੇ ਦਿਨਾਂ 'ਚ ਕਈ ਵਾਰ ਕਿਉਂਕਿ ਕਈ ਵਾਰ ਧੁੱਪ ਨਹੀਂ ਨਿਕਲਦੀ ਤਾਂ ਉਦੋਂ ਆਪਾਂ ਜਿਹੜੀ ਸਪਰੇਅ ਕਰਦੇ ਹਾਂ ਉਹਦਾ ਵੀ ਆਪਾਂ ਨੂੰ ਪ੍ਰੋਪਰ ਰਿਜ਼ਲਟ ਨਹੀਂ ਮਿਲਦਾ। ਹਾਲਾਂਕਿ ਫਸਲ ਦੇ ਉੱਤੇ ਟੌਕਸੀਸਿਟੀ ਜ਼ਿਆਦਾ ਆ ਸਕਦੀ ਹੈ। ਇਹ ਗੱਲ ਦਾ ਆਪਾਂ ਮੁੱਖ ਤੌਰ 'ਤੇ ਖਿਆਲ ਰੱਖਣਾ ਹੁੰਦਾ ਕਿ ਜਿਹੜੀ ਆਪਾਂ ਸਪਰੇਅ ਕਰਨੀ ਹੈ ਉਦੋਂ ਮੌਸਮ ਸਾਫ਼ ਹੋਵੇ, ਧੁੱਪ ਹੋਵੇ, ਫਿਰ ਸਪਰੇਅ ਦਾ ਆਪਾਂ ਪੂਰਾ ਨਤੀਜਾ ਲੈ ਸਕਦੇ ਹਾਂ। ਜੇ ਆਪਾਂ ਧੁੰਦ ਵਾਲੇ ਦਿਨ ਦੇ ਵਿੱਚ ਜਦੋਂ ਧੁੱਪ ਨਹੀਂ ਨਿਕਲੀ ਜਾਂ ਤਰੇਲ ਉੱਪਰ ਫਸਲ ਦੇ ਉੱਪਰ ਪਈ ਹੋਈ ਹੈ ਤਾਂ ਜੇ ਆਪਾਂ ਲੇਟ ਕਰ ਦਿੰਦੇ ਦਿਨ ਦੇ ਵੇਲੇ ਤਾਂ ਰਾਤ ਨੂੰ ਤਰੇਲ ਪੈਣੀ ਸ਼ੁਰੂ ਹੋ ਜਾਂਦੀ ਹੈ, ਤਾਂ ਉਹਦਾ ਵੀ ਆਪਾਂ ਨੂੰ ਪ੍ਰੋਪਰ ਰਿਜ਼ਲਟ ਜਿਹੜਾ ਸਹੀ ਨਦੀਨ ਨਾਸ਼ਕ ਦਾ ਨਹੀਂ ਮਿਲਦਾ। ਫਿਰ ਹੈ ਕਈ ਵਾਰ ਆਪਾਂ ਆਪ ਦੇ ਤੌਰ 'ਤੇ ਜਿਹੜੀ ਹੈਗੀ ਹੈ ਥੱਲੇ ਜਿਵੇਂ ਮੈਟਰੀਬਿਊਜ਼ਨ ਵਗੈਰਾ ਯੂਰੀਆ ਨਾਲ ਲਾ ਕੇ ਪਾਉਣ ਲੱਗ ਪੈਂਦੇ, ਉਹਦੇ ਨਾਲ ਟੌਕਸੀਸਿਟੀ ਫਸਲ ਦੇ ਵਿੱਚ ਕਈ ਵਾਰ ਫਸਲ ਫੁੱਕ ਜਾਂਦੀ ਹੈ, ਬੂਟੇ ਜਿਹੜੇ ਹੈਗੇ ਆ ਫਸਲ ਦੇ ਮਰ ਜਾਂਦੇ ਆ। ਸੋ ਇਹ ਜਿਹੜੀ ਹੈਗੀ ਹੈ ਇਸ ਗੱਲ ਦੇ ਪ੍ਰਤੀ ਸਾਵਧਾਨੀ ਵਰਤਣੀ ਚਾਹੀਦੀ ਕਿ ਗੈਰ ਸਿਫਾਰਸ਼ੀ ਨਦੀਨ ਨਾਸ਼ਕ ਨਹੀਂ ਵਰਤਣੇ ਚਾਹੀਦੇ। ਕਈ ਵਾਰ ਆਪਾਂ ਮਿਕਸ ਆਪ ਦੇ ਤੌਰ 'ਤੇ ਕਰਦੇ ਹਾਂ, ਕਈ ਵਾਰ ਗੈਰ ਸਿਫਾਰਸ਼ੀ ਨਦੀਨ ਨਾਸ਼ਕ ਵਰਤਦੇ ਹਾਂ, ਫਸਲ 'ਤੇ ਟੌਕਸੀਸਿਟੀ ਆ ਜਾਂਦੀ ਹੈ। ਗੁੱਲੀ ਡੰਡਾ ਜਿਹੜਾ ਨਦੀਨ ਆ ਕਈ ਵਾਰ ਨਹੀਂ ਮਰਦਾ
ਤਾਂ ਉਹਦੇ ਨਾਲ ਉਹਨਾਂ ਦੇ ਵਿੱਚ ਸਹਿਣ ਸ਼ਕਤੀ ਹੋਰ ਵੀ ਅਗਲੇ ਸਾਲਾਂ ਨੂੰ ਆ ਜਾਂਦੀ। ਤਾਂ ਉਹਨਾਂ ਜਿਹੜੇ ਆਪਾਂ ਜਿਹੜੇ ਜ਼ਿਆਦਾ ਜ਼ਹਿਰੀਲੇ ਨਦੀਨਨਾਸ਼ਕ ਆ ਜ਼ਿਆਦਾ ਉਹ ਵਰਤਦੇ ਹਾਂ ਤਾਂ ਉਹਨਾਂ ਨਾਲ ਵੀ ਜਿਹੜਾ ਹੈਗਾ ਆਪਾਂ ਨੂੰ ਫਾਇਦਾ ਫਿਰ ਨਹੀਂ ਹੁੰਦਾ। ਫਿਰ ਆ ਜਾਂਦਾ ਕਿ ਜਦੋਂ ਆਪਣੀ ਫਸਲ ਦੇ ਵਿੱਚ ਆਪਾਂ ਸਪਰੇਅ ਕਰ ਲਈ ਹੈ ਤਾਂ ਉਦੋਂ ਬਾਅਦ ਨਦੀਨਨਾਸ਼ਕ ਵਰਤਣ ਦੇ ਬਾਵਜੂਦ ਕਈ ਵਾਰ ਜਿਹੜਾ ਹੈਗਾ ਆਪਣਾ ਗੁੱਲੀ ਡੰਡਾ ਨਹੀਂ ਮਰਦਾ, ਤਾਂ ਫਿਰ ਆਪਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇਹ ਆਪਾਂ ਨੂੰ ਕਰਨਾ ਹੀ ਪੈਣਾ, ਨਹੀਂ ਤਾਂ ਖੇਤ ਦੇ ਵਿੱਚ ਹਰ ਸਾਲ ਜਿਹੜੇ ਬੀਜ ਵੱਧਦੇ ਰਹਿੰਦੇ, ਜਿਹੜੇ ਬੂਟੇ ਬਚ ਗਏ ਉਹਨੂੰ ਐਂਡ 'ਤੇ ਆ ਕੇ ਉਹਨਾਂ ਦੇ ਵਿੱਚ ਬੀਜ ਬਣਨ ਤੋਂ ਪਹਿਲਾਂ ਉਹਨਾਂ ਨੂੰ ਉੱਪਰੋਂ ਖਿਚਾ ਦਿਓ ਜਾਂ ਵਢਾ ਦਿਓ। ਇਹ ਆਪਾਂ ਨੂੰ ਕਰਨਾ ਹੀ ਪੈਣਾ ਹੈਗਾ, ਬਹੁਤ ਸਾਰੇ ਕਿਸਾਨ ਵੀਰ ਕਰਦੇ ਆ। ਅਤੇ ਫਿਰ ਆਪਾਂ ਬੀਜ ਜਿਹੜਾ ਸੀਡ ਬੈਂਕ ਹੈ ਉਹ ਆਪਣੇ ਖੇਤ ਦੇ ਵਿੱਚੋਂ ਖ਼ਤਮ ਕਰ ਸਕਦੇ ਹਾਂ। ਅਤੇ ਨਹੀਂ ਤਾਂ ਜਿਹੜੇ ਬੂਟੇ ਰਹਿ ਗਏ ਉਹਨਾਂ ਦਾ ਜਿਹੜਾ ਬੀਜ ਫਸਲ ਦੇ ਵਿੱਚ ਜ਼ਮੀਨ ਦੇ ਵਿੱਚ ਡਿੱਗ ਪਿਆ ਤਾਂ ਉਹ ਜਿਹੜੇ ਅਗਲੇ ਸਾਲ ਇਹਨਾਂ ਨਦੀਨਨਾਸ਼ਕਾਂ ਦੇ ਨਾਲ ਵੀ ਨਹੀਂ ਮਰਦੇ। ਇਹ ਜਿਹੜੀ ਹੈਗੀ ਹੈ ਬਹੁਤ ਗੱਲ ਧਿਆਨ ਮੰਗਦੀ ਹੈ, ਇਹਦੇ ਵੱਲ ਆਪਾਂ ਬਹੁਤਾ ਧਿਆਨ ਨਹੀਂ ਦਿੰਦੇ ਗੇ, ਪਰ ਇਹ ਆਪਣੀ ਮਜਬੂਰੀ ਹੀ ਹੈਗੀ ਆ ਕਿ ਆਪਾਂ ਨੂੰ ਜਿਹੜੇ ਇਹ ਬੂਟੇ ਖੇਤ ਦੇ ਵਿੱਚ ਉਹ ਕੱਢਣੇ ਹੀ ਪੈਣੇ ਆ। ਨਹੀਂ ਤਾਂ ਹਰ ਸਾਲ ਬੀਜ ਆ ਜਿਹੜੇ ਘਟਣ ਦੀ ਬਜਾਏ ਵੱਧ ਜਾਂਦੇ, ਕਿਉਂਕਿ ਥੋੜ੍ਹੇ ਬੂਟੇ ਵੀ ਰਹਿ ਗਏ ਤਾਂ ਹਜ਼ਾਰਾਂ ਬੀਜ ਖੇਤ ਦੇ ਵਿੱਚ ਆਪਣੇ ਜਮ੍ਹਾਂ ਹੋ ਜਾਂਦਾ। ਸੋ ਮੇਨ ਗੱਲਾਂ ਇਹੀ ਧਿਆਨ, ਹਾਂ 150 ਲੀਟਰ ਪਾਣੀ ਜਿਹੜਾ ਹੈਗਾ ਸਪਰੇਅ ਵਾਸਤੇ ਲੱਗਣਾ ਬਹੁਤ ਜ਼ਰੂਰੀ ਹੈ। ਜੇ ਆਪਾਂ ਕੱਟ ਟੱਕ ਵਾਲੀ ਨੋਜ਼ਲ ਵਰਤਾਂਗੇ, ਸਿੱਧੀ ਨੋਜ਼ਲ ਲੈ ਕੇ ਜਾਵਾਂਗੇ, ਇੱਧਰ ਉੱਧਰ ਨਹੀਂ ਹਿਲਾਵਾਂਗੇ ਤਾਂ 150 ਲੀਟਰ ਪਾਣੀ ਲੱਗ ਜਾਂਦਾ, ਪਾੜੇ ਨਹੀਂ ਰਹਿੰਦੇ। ਜਿਹੜੀ ਆਪਾਂ ਦੂਜੀ ਕੋਨ ਟਾਈਪ ਨੋਜ਼ਲ ਵਰਤਦੇ ਹਾਂ ਸਪਰੇਅ ਵਾਸਤੇ, ਉਹਦੇ ਨਾਲ ਕਿਸਾਨ ਵੀਰੋ ਜਿਹੜੇ ਪਾੜੇ ਰਹਿ ਜਾਂਦੇ ਆ, ਅਤੇ ਫਿਰ ਜਿਹੜਾ ਗੁੱਲੀ ਡੰਡਾ ਨਹੀਂ ਮਰਦਾ। ਇਹ ਗੱਲਾਂ ਜਿਹੜੀਆਂ ਹੈਗੀਆਂ ਧਿਆਨ ਦੇਣ ਯੋਗ ਹੈ। ਇਹਨਾਂ ਗੱਲਾਂ ਦਾ ਆਪਾਂ ਨੂੰ ਖਿਆਲ ਰੱਖਣਾ ਪੈਣਾ ਹੀ ਹੈਗਾ। ਇਹ ਸਾਵਧਾਨੀਆਂ ਮੁੱਖ ਤੌਰ 'ਤੇ ਇਹ ਵਰਤਣੀਆਂ ਚਾਹੀਦੀਆਂ ਨਦੀਨਨਾਸ਼ਕਾਂ ਦੀ ਵਰਤੋਂ ਵਾਸਤੇ। ਜਦੋਂ ਆਪਾਂ ਸਪਰੇਅ ਕਰ ਲਈ ਉਦੋਂ ਬਾਅਦ ਗੁੱਲੀ ਡੰਡਾ ਜਦੋਂ ਮਰਨਾ ਸ਼ੁਰੂ ਹੋ ਜਾਂਦਾ 5, 7, 10 ਦਿਨ ਬਾਅਦ ਘੱਟੋ ਘੱਟ ਫਿਰ ਆਪਾਂ ਤੱਤਾਂ ਵਾਲੀ ਸਪਰੇਅ ਕਰ ਸਕਦੇ ਹਾਂ। ਅਤੇ ਪਾਣੀ ਵੀ ਜਿਹੜਾ ਹੈਗਾ ਜਲਦਬਾਜ਼ੀ 'ਚ ਨਹੀਂ ਲਗਾਉਣਾ ਚਾਹੀਦਾ। ਜਦੋਂ ਆਪਾਂ 72 'ਤੇ ਪੂਰੀ ਸਪਰੇਅ ਕੀਤੀ ਹੈ ਤਾਂ ਘੱਟੋ ਘੱਟ 10 ਦਿਨ 15 ਦਿਨ ਰੁਕ ਕੇ ਜਿਹੜੀ ਹੈਗੀ ਆਪਾਂ ਨੂੰ ਪਾਣੀ ਲਾਉਣਾ ਚਾਹੀਦਾ। ਜਲਦਬਾਜ਼ੀ 'ਚ ਆਪਾਂ ਪਾਣੀ ਲਾਉਣੇ ਤਾਂ ਫਿਰ ਜਿਹੜੀ ਫਸਲ 'ਤੇ ਟੌਕਸਿਸਿਟੀ ਆ ਸਕਦੀ ਹੈ, ਪੂਰਾ ਰਿਜ਼ਲਟ ਆਪਾਂ ਨੂੰ ਨਹੀਂ ਮਿਲਣਾ। ਅਤੇ ਪਾਣੀ ਆਪਾਂ ਕੋਸ਼ਿਸ਼ ਕਰਨੀ ਹੈ ਕਿ ਹਲਕਾ ਲਾਉਣਾ, ਜੇ ਭਾਰਾ ਪਾਣੀ ਲੱਗ ਗਿਆ ਜਾਂ ਮੋਇਸਚਰ ਸੈੱਲ ਫੜ ਗਿਆ ਫਿਰ ਨਦੀਨ ਤਾਂ ਉਹਨੇ ਦੁਬਾਰਾ ਚੱਲ ਪੈਣਾ। ਇਹਨਾਂ ਗੱਲਾਂ ਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਕਿਸਾਨ ਦੋਸਤੋ, ਬਹੁਤ ਬਹੁਤ ਸ਼ੁਕਰੀਆ।